ਤੁਹਾਡਾ ਵਿਆਹ ਤੋਂ ਪਹਿਲਾਂ ਰਿਸ਼ਤਾ ਕੋਈ ਸੀਗਾ, ਰਿਲੇਸ਼ਨ ਸੀ ਤੁਹਾਡਾ ਇਹਨਾਂ ਮਾਮੇ ਨਾਲ? ਹਾਂਜੀ ਸੀਗਾ। ਓ ਮਾਈ ਗॉड। ਤੁਹਾਡੇ ਮਾਮਾ ਕਿਵੇਂ ਲੱਗਦਾ ਰਿਸ਼ਤੇਦਾਰੀ ਤੇ? ਤੁਹਾਡੀ ਮਦਰ ਦਾ ਕੀ ਲੱਗਦਾ? ਮੇਰੀ ਮਦਰ ਦਾ ਬ੍ਰਦਰ ਹੈ। ਓ ਤੁਹਾਡੀ ਮਾਂ ਦਾ ਬ੍ਰਦਰ ਹੈ। ਤੁਹਾਡਾ ਮਾਮਾ ਜਿਹੜਾ ਹੈ ਉਹ ਤੁਹਾਡੇ ਨਾਲ ਵਿਆਹ ਕਰਾ ਲਿਆ ਉਹਨੇ ਕੈਨੇਡਾ ਆਉਣ ਦੀ ਖਾਤਰ, ਤੁਹਾਨੂੰ ਧਮਕਾ ਕੇ। ਤੂੰ ਦੱਸਿਆ ਸੀ ਆਪਣੇ ਫਾਦਰ ਤੁਹਾਡਾ ਵਿਆਹ ਫਿਰ ਤੁਹਾਡੇ ਪਿਤਾ ਨੇ ਕੀਤਾ? ਹਰਸ਼ਦੀਪ ਕੌਰ ਲਾਈਨ ਤੇ ਨੇ। ਹਰਸ਼ਦੀਪ ਵੈਲਕਮ ਬੀਬੀ। ਤੁਹਾਡੀ ਆਵਾਜ਼ ਦੁਨੀਆ ਵਿੱਚ ਜਾ ਰਹੀ ਹੈ, ਆਵਾਜ਼ ਜਿਹੜੀ ਹੈ ਉੱਚੀ ਦਿਓਗੇ ਪਲੀਜ਼, ਕਾਈਂਡਲੀ ਬੇਨਤੀ ਕਬੂਲ ਕਰੋ ਫॉर ਓਕੇ। ਪੇ ਅਟੈਂਸ਼ਨ ਪਲੀਜ਼। ਹਰਸ਼ਦੀਪ ਤੁਸੀਂ ਕਿੰਨੀ ਉਮਰ ਦੇ ਹੋ? ਮੈਂ ਹੁਣ 20 ਸਾਲ ਦੀ ਹਾਂ। ਹਰਸ਼ਦੀਪ ਤੁਸੀਂ ਉੱਚੀ ਬੋਲੋਗੇ ਬੇਟਾ, ਤੁਹਾਡੀ ਆਵਾਜ਼ ਪ੍ਰੋਪਰ ਨਹੀਂ ਜਾ ਰਹੀ, ਟੈਲੀਕਾਸਟ ਨਹੀਂ ਹੋ ਰਹੀ। ਹਾਂਜੀ ਮੈਂ 20 ਇਅਰਸ ਦੀ ਹਾਂ। ਵੈਰੀ ਗੁੱਡ। ਬੜੇ ਤੁਸੀਂ ਚੰਗੇ ਘਰਾਣੇ ਦੀ ਹੈ ਔਰ ਅਸੀਂ ਪਤਾ ਕੀਤਾ ਕਿ ਤੁਹਾਡੇ ਮਾਪੇ ਦੀ ਬਹੁਤ ਰਿਸਪੈਕਟ ਹੈ ਉਸ ਇਲਾਕੇ ਵਿੱਚ। ਵੀ ਰਿਸਪੈਕਟ ਯੂ। ਹਾਂਜੀ ਹਾਂਜੀ। ਹਰਸ਼ਦੀਪ ਬੇਟਾ, ਜ਼ਿੰਦਗੀ ਵਿੱਚ ਹਰ ਵਿਅਕਤੀ ਤੋਂ ਗਲਤੀ ਹੋ ਸਕਦੀ ਹੈ। ਪਤਾ ਨਹੀਂ ਅਸੀਂ ਕਿੰਨੀਆਂ ਗਲਤੀਆਂ ਕੀਤੀਆਂ ਹੁਣ ਤੁਹਾਡੇ ਤੋਂ ਵੱਧ। ਇਸ ਹੋਸਟ ਨੇ ਦੁਨੀਆ ਵਿੱਚ ਕੋਈ ਵੀ ਐਸਾ ਵਿਅਕਤੀ ਨਹੀਂ ਹੈ ਜਿਹੜਾ ਕਹੇ ਮੈਂ ਗਲਤੀ ਨਹੀਂ ਕੀਤੀ। ਇੱਥੇ ਤੱਕ ਕਿ ਦੁਨੀਆ ਦੇ ਪ੍ਰਾਈਮ ਮਿਨਿਸਟਰ ਵੀ ਵੱਡੀਆਂ ਗਲਤੀਆਂ ਕਰਕੇ ਮਾਫੀ ਮੰਗਦੇ ਨੇ। ਸਾਡੇ ਕੈਨੇਡਾ ਦੇਸ਼ ਦੇ ਪ੍ਰਾਈਮ ਮਿਨਿਸਟਰ 3 ਵਾਰ ਮਾਫੀ ਮੰਗੀ ਹੈ। ਨੋ ਮੈਟਰ ਬਟ ਇਹ ਮੈਟਰ ਨਹੀਂ ਹੈ ਕਿ ਮਾਫੀ ਮੰਗਣਾ ਜ਼ਿੰਦਗੀ ਵਿੱਚ ਕੋਈ ਵੀ ਜਾਣੇ ਅਣਜਾਣੇ ਅਸੀਂ ਅਣਗਹਿਲੀ ਕਰ ਲੈਂਦੇ ਹਾਂ ਤਾਂ ਮਾਫੀ ਮੰਗਦੇ ਹਾਂ। ਹਰਸ਼ਦੀਪ ਕੌਰ ਤੁਹਾਡੀ ਤੁਸੀਂ ਕਿਹੜਾ ਤੁਹਾਡਾ ਜ਼ਿਲ੍ਹਾ ਆ? ਮੈਂ ਪਟਿਆਲੇ ਤੋਂ ਹਾਂ। ਪਟਿਆਲੇ ਬੌਰਨ ਪਟਿਆਲੇ ਹੋਈ ਹੋ? ਹਾਂਜੀ ਬੌਰਨ ਵੀ ਪਟਿਆਲੇ। ਆਪ ਜੀ ਦੇ ਪੂਜਨੀਕ ਪਿਤਾ ਜੀ ਦਾ ਨਾਮ ਅਤੇ ਡੈਡ ਦਾ ਨੇਮ ਪਲੀਜ਼ ਸਰ। ਮੇਰੇ ਫਾਦਰ ਨੇਮ ਹੈ ਗੁਰਪ੍ਰੀਤ ਸਿੰਘ। ਹਾਂਜੀ ਗੁਰਪ੍ਰੀਤ ਸਿੰਘ ਫਾਦਰ ਨੇਮ। ਸਮਝ ਨਹੀਂ ਸਕਿਆ ਮੈਂ। ਗੁਰਪ੍ਰੀਤ ਸਿੰਘ। ਮਲਕੀਤ ਸਿੰਘ? ਨੋ ਗੁਰਪ੍ਰੀਤ। ਗੁਰਪ੍ਰੀਤ। ਯੈਸ। ਤੁਹਾਡੀ ਆਵਾਜ਼ ਹਾਲੇ ਵੀ ਮੈਨੂੰ ਸੁਣ ਨਹੀਂ ਰਹੀ, ਚਾਹੇ ਮੇਰੇ ਕੰਨ ਖਰਾਬ ਨੇ ਚਾਹੇ ਤੁਸੀਂ ਪ੍ਰੋਪਰ ਬੋਲਣਾ ਨਹੀਂ ਚਾਹੁੰਦੇ। ਗੁਰਪ੍ਰੀਤ ਸਿੰਘ। ਮਾਤਾ ਜੀ ਦਾ ਨਾਮ ਕੀ ਹੈ? ਜਤਿੰਦਰ ਕੌਰ। ਹਰਸ਼ਦੀਪ ਆਪ ਜੀ ਕਦੋਂ ਕੈਨੇਡਾ ਵਿੱਚ ਆਏ? ਮੈਂ ਕੈਨੇਡਾ ਚ ਆਈ ਸੀ 11 ਮਾਰਚ 2020। ਆਲਮੋਸਟ ਤੁਸੀਂ ਕੋਵਿਡ ਤੋਂ ਇੱਕ ਹਫ਼ਤਾ ਪਹਿਲਾਂ ਪਹੁੰਚ ਗਏ ਕੈਨੇਡਾ ਚ ਜੀ? ਹਾਂਜੀ। ਠੀਕ ਠਾਕ ਹੋ? ਹਾਂਜੀ ਹਾਂਜੀ। ਹਰਸ਼ਦੀਪ ਤੁਹਾਡੀ ਸ਼ਾਦੀ ਜਿਹੜੀ ਸੀ ਕਿਹੜੀ ਤਰੀਕ ਨੂੰ ਹੋਈ ਹੈ, ਯਾਦ ਹੈ? ਹਾਂਜੀ ਜਿਹੜੀ ਮੈਰਿਜ ਹੈ ਉਹ 4 ਮਾਰਚ ਨੂੰ ਹੋਈ ਹੈ। ਸਾਲ ਕਿਹੜਾ? 2020। ਓ 7 ਦਿਨ ਪਹਿਲਾਂ ਆਉਣ ਤੋਂ ਸ਼ਾਦੀ ਹੋਈ ਹੈ। ਹਾਂਜੀ। ਸ਼ਾਦੀ ਤੁਹਾਡੀ ਕਿਸ ਲੜਕੇ ਨਾਲ ਹੋਈ ਹੈ? ਮਨਪ੍ਰੀਤ ਸਿੰਘ ਹੈ। ਹਾਂਜੀ ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ। ਉਹਨਾਂ ਦੀ ਉਮਰ ਕਿੰਨੀ ਹੈ ਹਰਸ਼ਦੀਪ ਜੀ? ਉਹਦੀ ਉਮਰ 30 ਸਾਲ। 30 ਸਾਲ ਦੇ ਹੋ? ਯੈਸ। ਤੁਸੀਂ ਕਿੰਨੇ ਹੋ? ਮੈਂ 20। 20? ਯੈਸ 20। 10 ਸਾਲ ਦਾ ਫਰਕ ਹੈ? ਹਾਂਜੀ। ਜੀ ਸ਼ੋਰ? ਆਈ ਐਮ ਸ਼ੋਰ। ਤੁਸੀਂ ਬੇਟਾ 10 ਸਾਲ ਦੇ ਫਰਕ ਦੇ ਨਾਲ ਤੁਸੀਂ ਬੜੇ ਪੜ੍ਹੇ ਲਿਖੇ ਹੋ, ਜੋ ਵੈਲ ਐਜੂਕੇਟਡ, ਤੁਹਾਡੇ ਪੇਰੈਂਟਸ ਦੀ ਇੰਨੀ ਰਿਸਪੈਕਟ ਹੈ। ਵਾਈ ਯੂ ਡੂ ਦਿਸ? 10 ਸਾਲ ਦੇ ਲੜਕੇ ਨਾਲ ਸ਼ਾਦੀ ਕਰਾਉਣ ਦਾ ਮਕਸਦ ਕੀ ਸੀ? ਐਕਚੁਅਲੀ ਇਹ ਮੇਰਾ ਲਾਈਕ ਰਿਸ਼ਤੇ ਦੇ ਵਿੱਚ ਮੇਰਾ ਮਾਮਾ ਲੱਗਦਾ ਹੈ। ਓ ਮਾਈ ਗॉड, ਕਮ ਔਨ ਬੇਬੀ। ਸੋ ਇਹ ਮਾਮੇ ਦੇ ਨਾਲ ਭਾਂਜੀ ਦਾ ਵਿਆਹ ਹੋਇਆ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਹਾਂਜੀ। ਓ ਮਾਈ ਗॉड, ਪਲੀਜ਼ ਸਟਾਪ ਇਟ। ਇਹਨੇ ਮੈਨੂੰ ਡਰਾਇਆ ਧਮਕਾਇਆ। ਲਾਈਕ ਜਦੋਂ ਇਹਨੂੰ ਪਤਾ ਲੱਗਿਆ ਕਿ ਹਨਾ ਮੇਰਾ ਵੀਜ਼ਾ ਆ ਗਿਆ ਤੇ ਇਹਨੂੰ ਇਹ ਸੀਗਾ ਕਿ ਮੈਂ ਬਾਹਰ ਚਲ ਜਾਵਾਂ ਕਿਸੇ ਤਰ੍ਹਾਂ, ਤਾਂ ਇਹਨੇ ਮੈਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਲਾਈਕ ਇਹਨੇ ਮੈਨੂੰ ਗਨ ਪੁਆਇੰਟ ਦੇ ਉੱਤੇ ਵਿਆਹ ਕਰਾਇਆ। ਇਹ ਕਿਹਾ ਕਿ ਮੈਂ ਤੇਰੀ ਫੈਮਿਲੀ ਨੂੰ ਏਦਾਂ ਕਰ ਦਾਂਗਾ, ਮੈਂ ਤੇਰੇ ਬ੍ਰਦਰ ਨੂੰ ਐ ਕਰ ਦਾਂਗਾ, ਮੈਂ ਤੇਰੇ ਫਾਦਰ ਨੂੰ ਐ ਕਰ ਦਾਂਗਾ। ਡਰਾਇਆ। ਪਲੀਜ਼ ਹਾਂਜੀ ਪ੍ਰੋਸੀਡ ਕਰੋ ਪਲੀਜ਼। ਹਾਂਜੀ ਉਹਨਾਂ ਨੂੰ ਲਾਈਨ ਤੇ ਲੈ ਕੇ ਆਓ। ਕਿਸ ਲੜਕੀ ਨੂੰ ਧਮਕਾਉਣ ਵਾਲਾ ਹੀ ਵਿਲ ਬੀ ਚਾਰਜ। ਤੁਸੀਂ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ? ਐਕਚੁਅਲੀ ਮੇਰੇ ਘਰੇ ਕੁਝ ਪਤਾ ਨਹੀਂ ਸੀਗਾ। ਮੈਨੂੰ ਇਹ ਸੀਗਾ ਕਿ ਲਾਈਕ ਮੇਰੇ ਘਰੇ ਕੁਝ ਪਤਾ ਨਹੀਂ ਹੈ, ਸੋ ਦੈਟ ਜੇ ਮੈਂ ਹੁਣ ਪੁਲਿਸ ਕੋਲ ਮੈਂ ਏਦਾਂ ਨਹੀਂ ਜਾ ਸਕਦੀ ਸੀ ਕਿਉਂਕਿ ਮੇਰੀ ਕੋਈ ਇੰਨੀ ਏਜ ਨਹੀਂ ਸੀ। ਮੈਂ 19 ਸਾਲ ਦੀ ਸੀ ਉਦੋਂ। ਆਫ ਕੋਰਸ ਸੁਭਾਵਿਕ ਹੈ, ਤੁਸੀਂ 20 ਸਾਲ ਦੇ ਬੱਚੇ ਹੋ, ਤੁਹਾਡੇ ਕੋਲ ਤੁਹਾਡੇ ਪਿਸਤੌਲ ਰੱਖ ਕੇ ਵਿਆਹ ਕਰਾਇਆ ਔਰ ਮਾਮੇ ਨਾਲ ਭਾਣਜੀ ਨਾਲ ਵਿਆਹ ਕਰਾਇਆ। ਸ਼ਰਮ ਚਾਹੀਦੀ ਇਸ ਬੱਚੇ ਨੂੰ। ਔਰ ਹਰਸ਼ਦੀਪ ਦਾ ਕੋਈ ਕਸੂਰ ਨਹੀਂ ਹੈ। ਹਰਸ਼ਦੀਪ, ਆਈ ਐਮ ਵੈਰੀ ਸੈਡ ਐਂਡ ਅੰਡਰ ਡਿਪਰੈਸ਼ਨ। ਮੈਨੂੰ ਹਸਪੀਟਲ ਜਾਣਾ ਪੈ ਸਕਦਾ ਹੈ, ਐਂਬੂਲੈਂਸ ਮੈਨੂੰ ਕਾਲ ਕਰਨੀ ਪੈ ਸਕਦੀ ਹੈ ਤੁਹਾਡੀ ਸਟੋਰੀ ਸੁਣ ਕੇ। ਇੱਕ ਮਾਮਾ ਹੋਵੇ ਆਪਣੀ ਭਾਣਜੀ ਦੇ ਨਾਲ ਵਿਆਹ ਕਰਾਵੇ ਕੈਨੇਡਾ ਆਉਣ ਦੀ ਖਾਤਰ, ਸ਼ੇਮ ਫॉर ਹਿਮ। ਬੇਟਾ 20 ਸਾਲ ਦੀ ਉਮਰ ਵਿੱਚ ਤੁਹਾਡੇ ਤੱਕ ਕਸੂਰ ਨਹੀਂ ਕੋਈ ਵੀ। ਤੁਹਾਡੇ ਆਪ ਜਦੋਂ ਹਾਂ ਬੇਟਾ ਲਾਈਕ ਮੈਂ 19 ਸਾਲ ਦੀ ਸੀਗੀ
ਹਨਾ ਇਹ ਮੈਨੂੰ ਲਾਈਕ ਮੈਂ 20 ਦੇ ਇੱਥੇ ਆ ਕੇ ਹੋਈ ਆ, ਮੈਂ 19 ਦੀ ਸੀ ਜਦੋਂ ਇਹਨੇ ਵਿਆਹ ਕਰਾਇਆ। ਅੱਛਾ 19 ਸਾਲ ਦੇ ਸੀਗੇ ਤੁਸੀਂ? ਹਾਂਜੀ। ਸੌਰੀ, ਦੇਖ ਲਓ ਮੈਂ ਇੰਨਾ ਡਿਸਟਰਬ ਹੋ ਗਿਆ ਮੇਰਾ। ਓ ਮਾਈ ਗॉड, ਆਈ ਕੈਨਟ ਕੰਟਰੋਲ। 19 ਸਾਲ ਦਾ ਇੱਕ ਬੱਚੇ ਨੂੰ ਡਰਾ ਕੇ, ਧਮਕਾ ਕੇ, ਲਾਈਫ ਥ੍ਰੈਟ ਕਰਕੇ ਇਹਨੇ ਤੁਹਾਡੇ ਕਿੱਥੇ ਰੱਖਿਆ ਸੀਗਾ? ਆਪਣੇ ਪੁੜਪੜੀ। ਐਨੀਵੇ, ਸਟੋਰੀ ਪ੍ਰੋਸੀਡ ਕਰਨ ਦੀ ਪਹਿਲਾਂ ਮੈਂ ਆਗਿਆ ਲੈਣਾ ਤੁਹਾਡੇ ਤੋਂ। ਮੈਨੂੰ ਪ੍ਰੋਸੀਡ ਕਰਨ ਦੀ ਆਗਿਆ ਦਿਓ, ਟੈਲੀਕਾਸਟ ਬ੍ਰੌਡਕਾਸਟ ਕਰਨ ਦੀ, ਔਰ ਅਸੀਂ ਹਰ ਤਸਵੀਰ ਨੂੰ ਟੈਲੀਕਾਸਟ ਕਰਾਂਗੇ। ਤੁਸੀਂ ਹੋਰ ਕਿਸੇ ਚੈਨਲ ਨਾਲ ਇੰਟਰਵਿਊ ਨਹੀਂ ਕਰੋਗੇ। ਤੁਹਾਡੇ ਰਾਈਟਸ ਲੈਣਾ ਚਾਹੁੰਦਾ ਔਰ ਤੁਹਾਨੂੰ ਇਨਸਾਫ ਮਿਲੇਗਾ। ਸੋ ਪਲੀਜ਼ ਸਾਨੂੰ ਪ੍ਰੋਸੀਡ ਕਰਨ ਦੀ ਆਗਿਆ ਦਿਓ। ਯੈਸ ਔਰ ਨੋ ਪਲੀਜ਼। ਓਕੇ। No, say yes or Yes. yes. Yeah, yes. Okay, please proceed. ਹਰਸ਼ਦੀਪ, ਤੁਹਾਨੂੰ ਇਨਸਾਫ ਮਿਲੇਗਾ। ਮੈਂ ਤੁਹਾਨੂੰ ਵਾਅਦਾ ਕਰਦਾ, ਮੇਰੇ ਸੁਣਨ ਦੇਖਣ ਵਾਲੇ ਸਰੋਤੇ ਤੁਹਾਡੀ ਝੋਲੀ ਦੇ ਵਿੱਚ ਤੁਹਾਡੇ ਦੁੱਖ ਜਿਹੜੇ ਨੇ ਉਹਨਾਂ ਨੂੰ ਚੁਗ ਲੈਣਗੇ ਅੱਜ। ਓਕੇ। ਤੁਹਾਡੇ ਜਿਹੜੇ ਦੁੱਖਾਂ ਦੀ ਪੰਡ ਲਈ ਫਿਰਦੇ ਹੋ, ਅਸੀਂ ਉਹ ਹਲਕੀ ਕਰ ਦੇਵਾਂਗੇ। ਤੁਸੀਂ ਜੋ ਕਹੋਗੇ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਹੋ ਕੇ ਸੱਚ ਕਹੋਗੇ, ਸੱਚ ਤੋਂ ਬਗੈਰ ਕੁਝ ਨਹੀਂ ਕਹੋਗੇ। ਪਲੀਜ਼ ਪ੍ਰੋਸੀਡ ਠੀਕ ਕਰੋ ਹੈ। ਜੀ। ਹਾਂਜੀ, ਮੈਂ ਪ੍ਰੋਸੀਡ ਕਰਦੀ ਹਾਂ। ਮੈਂ ਸੱਚ ਕਹਾਂਗੀ, ਬਿਲਕੁਲ ਸੱਚ ਤੋਂ ਇਲਾਵਾ ਕੁਝ ਨਹੀਂ ਕਹਾਂਗੀ। ਹਰਸ਼ਪ੍ਰੀਤ, ਤੁਹਾਡੇ ਨਾਲ ਕੋਈ ਵਿਅਕਤੀ ਬੈਠਾ ਜਿਸ ਦੀ ਆਵਾਜ਼ ਕੁਸਰ ਕੁਸਰ ਹੋ ਰਹੀ ਹੈ, ਉਸ ਨੂੰ ਮਸਟ ਸਟਾਪ ਕੀਤਾ ਜਾਵੇ ਆਪਣੇ ਕਮਰੇ ਦੇ ਵਿੱਚ। ਤੁਸੀਂ ਉਹ ਔਰ ਉਸ ਵਿਅਕਤੀ ਨੂੰ, ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਚਾਹੇ ਆਂਟੀ ਅੰਕਲ ਹੈ, ਉਹਨਾਂ ਨੂੰ ਕਿਹਾ ਜਾਵੇ ਕਿ ਪਲੀਜ਼ ਉਸ ਨੂੰ ਦੂਰੀ ਤੇ ਰੱਖੋ। ਤੁਹਾਡੀ ਆਵਾਜ਼ ਸਾਨੂੰ ਸੁਣ ਰਹੀ ਹੈ। ਨਹੀਂ ਨਹੀਂ, ਮੈਂ ਰੂਮ 'ਚ ਇਕੱਲੀ ਬੈਠੀ ਹਾਂ, ਮੇਰੇ ਕੋਲ ਕੋਈ ਨਹੀਂ ਹੈ। ਕਿਉਂਕਿ ਆਵਾਜ਼ ਆ ਰਹੀ ਸੀ ਪਿੱਛੋਂ ਬੇਟਾ। ਕੋਈ ਟੈਕਨੋਲੋਜੀ, ਕੋਈ ਡਿਵਾਈਸ ਤਾਂ ਨਹੀਂ ਚੱਲ ਰਹੀ ਪਿੱਛੇ? ਨਹੀਂ ਨਹੀਂ, ਏਦਾਂ ਦਾ ਕੁਝ ਨਹੀਂ ਹੈ। ਆਈ ਸੀ। ਕਿਉਂਕਿ ਅਸੀਂ ਹਰ ਚੀਜ਼ ਨੂੰ ਨੋਟ ਕਰਦੇ ਹਾਂ। ਮੇਕ ਸ਼ੋਰ ਕਿ ਤੁਸੀਂ ਛੋਟੀ ਜਿਹੀ ਗੱਲ ਕੀਤੀ ਤਾਂ ਮੈਂ ਉਹਨੂੰ ਰਾਈਟ ਵੇ ਨੋਟ ਕਰ ਲਵਾਂਗਾ ਔਰ ਦੱਸਾਂਗਾ ਬਾਅਦ ਵਿੱਚ ਕਲੋਜ਼ਿੰਗ ਰਿਮਾਰਕਸ ਵਿੱਚ। ਇਹ ਨਾ ਹੋਵੇ ਕਿ ਤੁਸੀਂ ਆਪਣੇ ਤੁਹਾਡੇ ਦੁੱਖ ਲੋਕੀ ਚੁਗ ਲੈਣ ਤਾਂ ਜਾਣ ਲੱਗਿਆ ਸਾਰੇ ਦੁੱਖਾਂ ਦੀ ਪੰਡ ਤੁਹਾਡੇ ਉੱਪਰ ਡਬਲ ਹੋ ਜਾਵੇ। ਮੇਕ ਸ਼ੋਰ ਕੀਪ ਇਨ ਮਾਈਂਡ ਐਨੀ ਟਾਈਮ ਕੈਨ ਹੈਪਨ ਐਨੀਥਿੰਗ। ਯਾ ਹਰਸ਼ਦੀਪ, ਤੁਸੀਂ ਕਿੰਨਾ ਪੜ੍ਹ ਕੇ ਆਏ ਬੇਟਾ? ਮੈਂ +2 ਕਰਕੇ ਆਈ ਹਾਂ। ਆਇਲਟ ਤੁਹਾਡੀ ਕਿਹਨੇ ਕਰਾਈ ਹੈ? ਮੈਂ ਪਟਿਆਲੇ ਤੋਂ ਕੀਤੀ ਹੈ, ਟੱਚਸਟੋਨ ਛੋਟੀ ਬਾਰਾਦਰੀ 'ਚ। ਤੁਸੀਂ ਜਦੋਂ ਆਇਲਟ ਕੀਤੀ ਆ ਤਾਂ ਆਇਲਟ ਕਈ ਵਾਰ ਬੱਚੇ ਪਹਿਲੀ ਵਾਰ ਪਾਸ ਨਹੀਂ ਹੁੰਦੇ, ਤੁਸੀਂ ਕਿੰਨਵੀਂ ਵਾਰ ਤੁਹਾਨੂੰ ਐਗਜ਼ਾਮ ਦੇਣਾ ਪਿਆ ਆਇਲਟ ਦਾ? ਮੈਂ ਤੀਜੀ ਵਾਰ 'ਚ ਕਲੀਅਰ ਕੀਤਾ। 3rd ਟਾਈਮਸ? ਯਾ। ਰੀਜ਼ਨ? ਐਕਚੁਅਲੀ ਲਾਈਕ ਮੇਰੇ ਮਤਲਬ ਕਈ ਵਾਰ ਸਮਟਾਈਮਸ ਲਾਈਕ ਮੈਨੂੰ ਇਹ ਸੀਗਾ ਕਿ ਜਿਵੇਂ ਹੁਣ ਕੈਨੇਡਾ 'ਚ ਰੂਲ ਹੈ ਕਿ ਲਾਈਕ ਈਚ 6 ਹੋਣੇ ਚਾਹੀਦੇ ਆ, 6 ਤੋਂ ਘੱਟ ਨਹੀਂ ਹੋਣੇ ਚਾਹੀਦੇ। ਸੋ ਦੈਟਸ ਲਾਈਕ ਕਦੇ ਸਪੀਕਿੰਗ 'ਚ ਫਲਕਚੁਏਟ ਹੋ ਜਾਣਾ, ਕਦੇ ਰਾਈਟਿੰਗ 'ਚ ਹੋ ਜਾਣਾ। ਸੋ ਇਹਦੇ ਕਰਕੇ ਲਾਈਕ ਮੈਨੂੰ ਇਹ ਸੀਗਾ ਕਿ ਲਾਈਕ ਮੇਰੇ ਬੈਂਡ ਇਨਕਰੀਜ਼ ਹੋਣ। ਸੋ ਇਸ ਕਰਕੇ ਮੈਂ ਰਿਪੀਟ ਕੀਤੀ ਤੇ ਮੈਨੂੰ ਮਤਲਬ ਹੋ ਗਿਆ, ਤਾਂ ਦੈਟਸ ਵਾਈ ਮੈਂ ਆਪਣਾ ਕੀਤਾ। ਕਿਹੜੀ ਇਮੀਗ੍ਰੇਸ਼ਨ ਫਰਮ ਸੀ ਜਿਹਨੇ ਤੁਹਾਡਾ ਸਾਥ ਦਿੱਤਾ ਆਇਲਟ ਕਰਾਉਣ ਦੇ ਵਿੱਚ ਤਾਂ ਇਮੀਗ੍ਰੇਸ਼ਨ ਦੇ ਫਾਰਮ ਭਰਨ ਦੇ ਵਿੱਚ? ਤੇ ਇਹ ਤੁਹਾਨੂੰ ਨਿਊ ਦਿੱਲੀ ਲੈ ਕੇ ਗਏ, ਕੌਣ ਸੀ ਉਹ? ਟੈਲ ਮੀ ਟਰੂ। ਮੈਂ ਨਿਊ ਦਿੱਲੀ ਐਗਜ਼ਾਮ ਨਹੀਂ ਦਿੱਤਾ। ਫਸਟ ਆਫ ਆਲ ਮੈਂ ਪਟਿਆਲੇ 'ਚ ਐਗਜ਼ਾਮ ਦਿੱਤਾ। ਫੋਰਟ ਪਟਿਆਲੇ 'ਚ ਮੇਰਾ ਪੇਪਰ ਹੋਇਆ ਸੀ। ਕਲੈਰੀਅਨ 'ਚ ਮੇਰੀ ਸਪੀਕਿੰਗ ਹੋਈ ਸੀ। ਕਿਉਂਕਿ ਮੈਂ ਪਟਿਆਲੇ ਤੋਂ ਬਿਲੋਂਗ ਕਰਦੀ ਹਾਂ, ਮੇਰੀ ਪਟਿਆਲੇ 'ਚ ਸਾਰੀ ਫੈਸਿਲਿਟੀਜ਼ ਹੈ, ਫਿਰ ਮੈਂ ਦਿੱਲੀ ਕਿਉਂ ਜਾਣਾ? ਆਇਲਟ ਲੈਣ ਲਈ ਕੁਝ ਪੈਸੇ ਵੀ ਦਿੱਤੇ ਕਿਸੇ ਨੂੰ? ਨੋ। ਤੁਹਾਡੇ ਹਸਬੈਂਡ ਨੇ ਇਹ ਐਲੀਗੇਸ਼ਨ ਲਾਈ ਸੀ ਕਿ ਮੈਂ ਆਪਣੀ ਵਾਈਫ ਨੂੰ ਆਇਲਟ ਕਰਾਇਆ ਪੈਸੇ ਦੇ ਕੇ। ਪਹਿਲੀ ਗੱਲ, ਉਹ ਮੇਰੇ ਪਾਪਾ ਤੋਂ ਪੈਸੇ ਲੈ ਕੇ ਜਾਂਦਾ ਹੁੰਦਾ ਸੀ। ਉਹਦੇ ਕੋਲ ਇੰਨੀ ਹਿੰਮਤ ਨਹੀਂ ਹੈ ਕਿ ਉਹ ਮੇਰੇ ਤੇ ਪੈਸੇ ਲਾ ਦੇਵੇ। ਉਹ ਮੇਰੇ ਪਾਪਾ ਤੋਂ ਪੈਸੇ ਕਦੇ 20,000 ਲੈ ਕੇ ਜਾਣੇ, ਕਦੇ ਕਿੱਦਾਂ, ਔਰ ਉਹ ਨਹੀਂ ਮੋੜੇ ਜਾਂਦੇ ਸੀਗੇ। ਤੇ ਉਹ ਆਰਕੈਸਟਰਾ ਦੇ ਲਾਈਕ ਪਿੱਛੇ ਨੱਚਦਾ ਹੁੰਦਾ ਸੀਗਾ ਬੈਕ ਸਾਈਡ ਤੇ ਉਹ ਮੈਨੂੰ ਪੈਸੇ ਦੇਗਾ? ਮੇਰੇ ਘਰਦਿਆਂ ਨੇ ਇੱਥੇ ਲਾ ਕੇ ਭੇਜੇ ਤੇ ਉਹਦੀ ਇੰਨੀ ਔਕਾਤ ਨਹੀਂ ਹੈਗੀ ਕਿ ਉਹ ਮੈਨੂੰ ਪੈਸੇ ਦੇਗਾ। ਹਰਸ਼ਦੀਪ ਜੀ, ਆਪ ਜੀ ਦੇ ਪਿਤਾ ਜੀ ਦਾ ਸਤਿਕਾਰ ਹੈ। ਕੀ ਕਾਰੋਬਾਰ ਕੀ ਆਪ ਜੀ ਦੇ ਪਰਿਵਾਰ ਦਾ ਉੱਥੇ? ਹਾਂਜੀ, ਲਾਈਕ ਸਾਡਾ ਨਾ ਫਰੂਟਸ ਐਂਡ ਵੈਜੀਟੇਬਲ ਦਾ ਬਿਜ਼ਨਸ ਹੈ ਤੇ ਉਹ ਹੋਲਸੇਲ ਤੇ ਲਾਈਕ ਸਪਲਾਈ ਕਰਦੇ ਆ ਲਾਈਕ ਹੋਟਲਸ 'ਚ, ਮੈਰਿਜ ਪੈਲੇਸ। ਕੋਈ ਵੀ ਕੰਮ ਕਰਦਾ ਹੈ, ਕਿਸੇ ਤਰ੍ਹਾਂ ਮਿਹਨਤ ਕਰਦਾ ਹੈ ਔਰ ਮੈਂ ਉਹਨੂੰ ਬਹੁਤ ਪਸੰਦ ਕਰਦਾ। ਦੁਨੀਆ ਪਸੰਦ ਕਰਦੀ ਹੈ ਮਿਹਨਤ ਕਰਨ ਵਾਲੇ ਲੋਕਾਂ ਨੂੰ। ਹਰਸ਼ਦੀਪ,
30 ਸਾਲ ਦੀ ਉਮਰ ਆ ਆਪਣੇ ਤੁਹਾਡੇ ਹਸਬੈਂਡ ਦੀ, ਮਨਪ੍ਰੀਤ ਦੀ। ਉਹਦਾ ਛੋਟਾ ਨਾਮ ਕੀ ਹੈ? ਚੀਕੂ। ਚੀਕੂ। ਯਾ ਮਿੱਕੀ ਵੀ ਕਹਿੰਦੇ ਉਹਨੂੰ? ਹਾਂ ਕਹਿੰਦੇ ਨੇ, ਬਟ ਸਾਡੀ ਫੈਮਿਲੀ 'ਚ ਸਾਰੇ ਚੀਕੂ ਕਹਿੰਦੇ ਨੇ। ਤੁਹਾਡੇ ਮਾਮਾ ਕਿਵੇਂ ਲੱਗਦਾ ਰਿਸ਼ਤੇਦਾਰੀ ਤੇ? ਤੁਹਾਡੀ ਮਦਰ ਦਾ ਕੀ ਲੱਗਦਾ ਉਹ? ਮੇਰੀ ਮਦਰ ਦਾ ਬ੍ਰਦਰ ਹੈ। ਤੁਹਾਡੀ ਮਾਂ ਦਾ ਬ੍ਰਦਰ ਹੈ। ਤੁਹਾਡਾ ਮਾਮਾ ਜਿਹੜਾ ਹੈ ਉਹ ਤੁਹਾਡੇ ਨਾਲ ਵਿਆਹ ਕਰਾ ਲਿਆ ਉਹਨੇ ਕੈਨੇਡਾ ਆਉਣ ਦੀ ਖਾਤਰ, ਤੁਹਾਨੂੰ ਧਮਕਾ ਕੇ। ਤੂੰ ਦੱਸਿਆ ਸੀ ਆਪਣੇ ਫਾਦਰ ਤੁਹਾਡਾ ਵਿਆਹ ਫਿਰ ਤੁਹਾਡੇ ਪਿਤਾ ਨੇ ਕੀਤਾ ਲਾਮਾ ਜੋ ਲਈਆਂ ਤੁਸੀਂ? ਨਹੀਂ ਲਾਈਕ ਇਦਾਂ ਉਹਨੇ ਮੈਨੂੰ ਜਦੋਂ ਐਵੇਂ ਬਲੈਕਮੇਲ ਵਗੈਰਾ ਕਰਨਾ ਸ਼ੁਰੂ ਕੀਤਾ, ਮੇਰੇ ਘਰੇ ਕੁਝ ਨਹੀਂ ਪਤਾ ਸੀਗਾ। ਤੂੰ ਛੋਟੇ ਸੀਗੇ, ਸੁਭਾਵਿਕ ਹੈ, 19 ਸਾਲ ਸੀਗਾ। ਹਾਂਜੀ ਠੀਕ ਹੈ, ਮਤਲਬ ਲਾਈਕ ਮੈਂ ਇੰਨਾ ਵੀ ਨਹੀਂ ਸੀ ਕਿ ਹਨਾ ਲਾਈਕ ਮੈਂ ਕਿਸੇ ਨਾਲ ਗੱਲ ਸ਼ੇਅਰ ਕਰਾਂ। ਮੈਨੂੰ ਇਹ ਸੀਗਾ ਕਿ ਉਹ ਕਿਉਂਕਿ ਬਲੈਕਮੇਲ ਹੀ ਮੈਨੂੰ ਏਦਾਂ ਤਰੀਕੇ ਨਾਲ ਕਰਦਾ ਸੀ ਕਿ ਤੇਰੀ ਫੈਮਿਲੀ ਨੂੰ ਐ ਕਰਦਾ, ਤੇਰੀ ਫੈਮਿਲੀ ਨੂੰ ਉਹ ਕਰ ਦਾਂਗਾ, ਤਾਂ ਫੈਮਿਲੀ ਤੋਂ ਉੱਪਰ ਕੁਝ ਨਹੀਂ ਹੁੰਦਾ। ਨਹੀਂ ਉਹ ਤਾਂ ਠੀਕ ਹੈ, ਮੈਂ ਮੰਨਦਾ, ਪਰ ਹਰਸ਼ਦੀਪ ਤੁਸੀਂ 19 ਸਾਲ ਦੇ ਸੀਗੇ, ਤੁਸੀਂ 11ਵੀਂ ਪੜ੍ਹੇ ਹੋ, ਤੁਸੀਂ ਸ਼ੇਅਰ ਨਹੀਂ ਕੀਤਾ ਆਪਣੀ ਮਦਰ ਦੇ ਨਾਲ? ਜਿਹੜੀ ਮਾਂ ਹੁੰਦੀ ਹੈ, ਧੀ ਹੁੰਦੀ ਹੈ, ਸਾਰਾ ਕੁਝ ਦਿਲ ਖੋਲ ਕੇ ਗੱਲ ਕਰ ਲੈਂਦੀ ਹੈ। ਮੰਮੀ ਮੇਰੀ ਬੋਡੀ ਵਿੱਚ ਆਹ ਪ੍ਰੋਬਲਮ ਆ ਗਈ ਹੈ, ਮੰਮੀ ਆਪਣੇ ਬੱਚੇ ਨੂੰ ਦੱਸਦੀ ਬੇਟਾ ਤੇਰੀ ਇਹ ਏਜ ਹੋ ਗਈ ਆ, ਹੁਣ ਇਹ ਚੀਜ਼ਾਂ ਸੁਭਾਵਿਕ ਹੈ ਤੇਰੇ ਸਰੀਰ ਦੇ ਵਿੱਚੋਂ ਆਉਣੀਆਂ। ਯੂ ਗॉट ਮਾਈ ਪੁਆਇੰਟ, ਵਾਟ ਆਈ ਸੇਇੰਗ, ਰਾਈਟ? ਸੋ ਤੁਹਾਡਾ ਸਿਰ ਦੁਖਣਾ, ਤੁਹਾਡੀ ਬੋਡੀ ਵਿੱਚ ਕਿਸੇ ਕਿਸਮ ਦਾ ਪੇਨ ਹੋਣਾ ਜਾਂ ਬੁਖਾਰ ਚੜ੍ਹਨਾ, ਅਕਸਰ ਅਸੀਂ ਜਦੋਂ ਵੀ ਕੰਡਮ ਚੁੱਭਦਾ ਆਪਾਂ ਹਾਈ ਪੇ ਕੋਈ ਨਹੀਂ ਕਹਿੰਦੇ ਦੁਨੀਆ ਵਿੱਚ, ਹਾਈ ਮਾਂ ਕਹਿੰਦੇ ਆ। ਤੇ ਤੂੰ ਹਾਈ ਮਾਂ ਕਿਹਾ ਹੀ ਨਹੀਂ? ਐਕਚੁਅਲੀ ਮੈਂ ਉਸ ਟਾਈਮ ਬਹੁਤ ਜ਼ਿਆਦਾ ਡਰੀ ਹੋਈ ਸੀ, ਤਾਂ ਮੈਨੂੰ ਇਹ ਸੀਗਾ ਕਿ ਲਾਈਕ ਹਨਾ ਮੇਰੀ ਫੈਮਿਲੀ ਅਗਰ ਮੈਂ ਏਦਾਂ ਕਰਕੇ ਜਾਂਦੀ ਹਾਂ ਤਾਂ ਮੇਰੀ ਫੈਮਿਲੀ ਪਿੱਛੇ ਸੇਫ ਹੁੰਦੀ ਹੈ, ਕਿਉਂਕਿ ਉਹਨੇ ਮੈਨੂੰ ਇਹ ਚੀਜ਼ ਕਹੀ ਕਿ ਅਗਰ ਤੂੰ ਨਹੀਂ ਕਰੂੰਗੀ ਤਾਂ ਤੇਰੀ ਫੈਮਿਲੀ ਨੂੰ ਏਦਾਂ ਕਰਾਂਗਾ। ਤਾਂ ਮੈਨੂੰ ਇਹ ਸੀਗਾ ਕਿ ਮੈਂ ਆਪਣੀ ਫੈਮਿਲੀ ਸੇਫ ਕਰਕੇ ਮੈਂ ਤਾਂ ਜਾਂਦੀ ਹਾਂ। ਜਿਹੜਾ ਫੈਮਿਲੀ ਕਹਿੰਦਾ ਆ ਉਹਨੇ ਇਹ ਨਹੀਂ ਸਮਝਿਆ, ਤੂੰ ਕਹਿ ਨਹੀਂ ਕਿ ਫੈਮਿਲੀ ਤਾਂ ਤੇਰੀ ਭੈਣ ਹੈ, ਮੇਰੀ ਮਾਂ ਤੇਰੀ ਭੈਣ ਹੈ, ਤੂੰ ਆਪਣੀ ਭੈਣ ਨੂੰ ਮਾਰੂਗਾ, ਫਿਰ ਭਰਾ ਜਿਹੜਾ ਆ ਉਹ ਕਾਤਲ ਹੋਵੇਗਾ ਭੈਣ ਦਾ। ਤੂੰ ਕਹਿ ਨਹੀਂ ਸਕਦੀ, ਛੋਟੀ ਸੀ, ਮੈਂ ਸਮਝ ਗਿਆ ਤੁਹਾਡੀ ਗੱਲ ਹੈ ਕਿ ਤੂੰ ਛੋਟੇ ਤੋਂ ਡਰ ਗਿਆ, ਘਬਰਾ ਗਿਆ। ਬੱਚੇ ਸਾਡੇ ਹਰਸ਼ਦੀਪ ਘਬਰਾ ਗਿਆ ਉਸ ਵੇਲੇ। ਹਰਸ਼ਦੀਪ ਜੀ, ਵੈਰੀ ਸੈਡ ਸਟੋਰੀ ਹੈ ਕਿ ਇਹਨੂੰ ਪਤਾ ਲੱਗ ਗਿਆ ਕਿ ਤੁਸੀਂ ਆਇਲਟ ਕਰ ਲਈ ਆ, ਤਾਂ ਫਿਰ ਇਹਨੇ ਕਿਹਾ ਕਿ ਮੇਰੇ ਨਾਲ ਵਿਆਹ ਕਰਾ ਲੈ ਤੂੰ। ਹਾਂਜੀ, ਇਹਨੂੰ ਲਾਈਕ ਇਦਾਂ ਮੈਂ 21 ਫੈਬ ਨੂੰ ਮੇਰਾ ਵੀਜ਼ਾ ਆਇਆ ਸੀਗਾ, ਤੇ ਉਦੋਂ ਬਾਅਦ ਲਾਈਕ ਅਸੀਂ 28 ਫੈਬ ਨੂੰ ਲਾਈਕ ਅਸੀਂ ਪੂਰੇ ਰਿਲੇਟਿਵਸ 'ਚ ਦੱਸ ਦਿੱਤਾ ਸੀ। ਉਦੋਂ ਪਹਿਲਾਂ ਕਿਸੇ ਨੂੰ ਕੁਝ ਲਾਈਕ ਪਤਾ ਨਹੀਂ ਸੀਗਾ, ਤੇ ਜਦੋਂ ਸਾਰਾ ਕੁਝ ਦੱਸਿਆ, ਜਦੋਂ ਇਹਨੂੰ ਆਹ ਗੱਲ ਪਤਾ ਲੱਗੀ ਤਾਂ ਫਿਰ ਇਹਨੇ ਮੈਨੂੰ ਬਲੈਕਮੇਲ ਕਰਨੇ ਸ਼ੁਰੂ ਕਰ ਦਿੱਤੇ। ਇਹਦੇ ਫਰੈਂਡਸ ਦੀਆਂ ਮੈਨੂੰ ਕਾਲਸ ਵੀ ਆਈਆਂ, ਮੈਨੂੰ ਸਾਰਿਆਂ ਨੇ ਇਹੀ ਗੱਲ ਕਹੀ ਕਿ ਲਾਈਕ ਉਹ ਕਿੱਥੇ ਹੈ, ਜੀ ਉਹਨੂੰ ਕੁਝ ਹੋ ਗਿਆ ਤੂੰ ਜ਼ਿੰਮੇਵਾਰ ਹੋਊਗੀ, ਉਹ ਤੇਰੇ ਕਰਕੇ ਐ ਕਰ ਰਿਹਾ ਇਹ ਵੋ। ਔਰ ਇਹਨੇ ਮੈਨੂੰ ਕਿਹਾ ਕਿ ਮੈਂ ਲਾਈਕ ਹਨਾ ਤੈਨੂੰ ਵਿਆਹ ਕਰਾ ਕੇ ਜਾਣਾ ਹੀ ਪਊਗਾ, ਨਹੀਂ ਤਾਂ ਮੈਂ ਤੇਰੇ ਬ੍ਰਦਰ ਨੂੰ ਐ ਕਰ ਦਾਂਗਾ, ਲਾਈਕ ਹਨਾ। ਔਰ ਆਲਵੇਜ਼ ਜਦੋਂ ਮਰਜੀ ਇਹਦੇ ਕੋਲ ਚਾਕੂ ਹੁੰਦਾ ਹੀ ਹੁੰਦਾ। ਓ ਮਾਈ ਗॉड, ਇਹ ਚਾਕੂ ਮਤਲਬ ਡਰਾਉਂਦਾ ਸੀਗਾ। ਅੱਛਾ, ਤੁਹਾਡੀ ਸ਼ਾਦੀ ਹੁੰਦੀ ਆ 4 ਮਾਰਚ 2020 ਨੂੰ, ਤੁਸੀਂ 11 ਮਾਰਚ ਨੂੰ ਆਉਂਦੇ ਹੋ ਤੇ ਤੁਹਾਡਾ 21 ਫਰਵਰੀ ਨੂੰ ਵੀਜ਼ਾ ਲੱਗ ਜਾਂਦਾ ਹੈ। ਤੇ ਇਹਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਪਤਾ ਕਿ ਤੁਸੀਂ ਆਇਲਟ ਕਰ ਲਈ ਤੇ ਵੀਜ਼ਾ ਆਉਣ ਵਾਲਾ ਹੀ, ਨੋ ਦੈਟ ਤੁਸੀਂ ਆਪਸ ਵਿੱਚ ਜਾਣਦੇ ਆ, ਠੀਕ ਹੈ ਨਾ? ਤੁਸੀਂ ਆਪਸ ਵਿੱਚ ਪਹਿਲਾਂ ਕਿੰਨੇ ਸਾਲਾਂ ਤੋਂ ਸਿਨੇਮੇ ਘਰ ਗਏ, ਜਾਂ ਕੋਈ ਚਾਹ ਪੀਣ ਗਏ, ਜਾਂ ਤੁਸੀਂ ਕਿਸੇ ਮੇਲਿਆਂ ਤੇ ਗਏ, ਜਾਂ ਤੁਸੀਂ ਘੁੰਮਣ ਫਿਰਨ ਗਏ, ਬਾਜ਼ਾਰ ਗਏ? ਲਾਈਕ ਤੁਸੀਂ ਭਾਣਜੀ ਸੀ ਨਾ, ਤੁਹਾਡਾ ਮਾਮਾ ਸੀ, ਤੁਹਾਨੂੰ ਘੁਮਾਉਣ ਗਿਆ, ਤੁਸੀਂ ਕਦੇ ਗਏ ਇਕੱਠੇ ਦੋਨੇ ਜਾਣੇ? ਹਾਂਜੀ ਅਸੀਂ ਗਏ ਆ, ਲਾਈਕ ਅਸੀਂ ਤਾਂ ਫੈਮਿਲੀ ਵਿੱਚ ਵੀ ਇਕੱਠੇ ਘੁੰਮਦੇ ਰਹੇ ਆ, ਠੀਕ ਹੈ। ਤੇ ਹਾਂ, ਜਦੋਂ ਲਾਈਕ ਮੈਂ +2 ਕਰ ਰਹੀ ਸੀ ਤਦ ਵੀ ਇੰਨੇ ਮੈਨੂੰ ਲਾਈਕ ਹਨਾ ਉਹ ਕਰਨਾ ਕਿ ਲਾਈਕ ਕਾਲਸ ਵਗੈਰਾ ਕਰਨੀ ਕਿ ਤੂੰ ਮੇਰੇ ਨਾਲ ਗੱਲ ਕਰ। ਤੇ ਉਦੋਂ ਠੀਕ ਹੈ, ਚਲੋ ਠੀਕ ਹੈ, ਮੈਂ ਉਹਦੇ ਨਾਲ ਗੱਲ ਕੀਤੀ। ਆਫਟਰ ਦੈਟ ਜਦੋਂ ਮੈਨੂੰ ਲਾਈਕ ਪਤਾ ਲੱਗਿਆ ਕਿ ਇਹ ਬਹੁਤ ਘਟੀਆ ਇਨਸਾਨ ਹੈ, ਠੀਕ ਹੈ, ਇਸਦੇ ਕ੍ਰਿਮੀਨਲ ਰਿਕਾਰਡ ਚੈੱਕ ਕਰਾ ਲਓ, ਤੇ ਬਹੁਤ ਬਕਵਾਸ ਦੇ ਇਨਸਾਨ ਹੈ, ਤਾਂ ਮੈਂ ਇਹਦੇ ਨਾਲ ਗੱਲ ਕਰਨੀ ਬੰਦ ਕਰਤੀ ਤੇ ਮੈਨੂੰ ਸਾਰੇ ਕਿਧਰੋਂ ਬਲੌਕ ਕਰਤਾ, A to Z ਟੋਟਲੀ। ਤੁਹਾਡੇ ਜਿਹੜੇ ਮਾਮਾ ਜੀ ਆ, ਹਾਂਜੀ ਆਫ ਕੋਰਸ ਤੁਹਾਡਾ ਹੈ ਮਾਮਾ ਜੀ, ਤੁਹਾਡਾ ਨਾਨਾ ਨਾਨੀ ਕਿੱਥੇ ਆ? ਨਾਨਾ ਨਾਨੀ ਹੈ ਤੁਹਾਡੇ? ਹਾਂਜੀ ਹੈਗੇ ਨੇ। ਤੂੰ ਦੱਸਿਆ ਉਹਨਾਂ ਕੋਲ ਗੱਲ ਪਹੁੰਚੀ ਹੈ ਇਹ ਤੁਹਾਡਾ ਮਾਮਾ ਭਾਣਜੀ ਨੂੰ ਆਹ ਸ਼ਰਤਾਂ ਕਰਿਆ? ਨਹੀਂ, ਮੈਂ ਕਿਸੇ ਨੂੰ ਕੋਈ ਗੱਲ ਨਹੀਂ ਕੀਤੀ। ਤੁਸੀਂ ਬਿਲਕੁਲ ਦੱਸੀ ਨਹੀਂ ਗੱਲ, ਨਾ ਆਪਣੇ ਟੀਚਰ ਨੂੰ ਦੱਸੀ, ਨਾ ਆਪਣੇ ਤੁਸੀਂ ਸਹੇਲੀ ਨੂੰ ਦੱਸੀ ਕਿਸੇ ਨੂੰ? ਤੁਹਾਡੀ ਸਹੇਲੀਆਂ ਤਾਂ ਹੁਣ ਗਿਆ? ਨਹੀਂ, ਮੈਂ ਕਿਸੇ ਨਾਲ ਕੋਈ ਗੱਲ ਸ਼ੇਅਰ ਨਹੀਂ ਕੀਤੀ ਸੀਗੀ। ਬੇਟਾ ਐਡਾ ਵੱਡਾ ਤੂੰ ਸੀ, ਕਿਉਂ ਇਹ ਮਨ ਵਿੱਚ ਰੱਖਿਆ? ਔਰ ਮਾਮਾ ਤੁਹਾਨੂੰ ਇਹੋ ਜਿਹੀਆਂ ਗੱਲਾਂ ਕਹਿਣ ਲੱਗ ਪਿਆ, ਇਹ ਤੁਹਾਨੂੰ ਟੈਕਸਟ ਕਰਨ ਲੱਗ ਪਿਆ, ਤੁਹਾਨੂੰ ਬਾਹਰ ਲਿਜਾਣ ਲੱਗ ਪਿਆ? ਟੈਲ ਮੀ ਟਰੂ, ਜਸਟ ਓਪਨ ਇਟ। ਐਕਚੁਅਲੀ ਠੀਕ ਹੈ, ਉਸ ਤੋਂ ਬਾਅਦ ਮੈਂ ਇਹਨੂੰ ਸਾਰੇ ਕਿਧਰੋਂ ਬਲੌਕ ਕਰ ਦਿੱਤਾ,
ਲਾਈਕ ਜਦੋਂ ਮੈਨੂੰ ਪਤਾ ਲੱਗਿਆ ਕਿ ਬਹੁਤ ਘਟੀਆ ਇਨਸਾਨ ਹੈ, ਉਦੋਂ ਬਾਅਦ ਇਹਨੇ ਕੀ ਕੀਤਾ, ਆਪਣੇ ਫਰੈਂਡਸ ਵਗੈਰਾ ਇਕੱਠੇ ਕੀਤੇ ਤੇ ਮੇਰੇ ਘਰ ਦੇ ਬਾਹਰ ਮਤਲਬ ਲਾਈਕ ਨਾਕਾ ਲਾਇਆ ਵੀ ਇਹਨੂੰ ਅੱਜ ਰੋਕ ਕੇ ਅੱਜ ਦੀ ਲੱਤਾਂ ਤੋੜ ਕੇ ਜਾਣੀ ਹੈ। ਇਹ ਗੱਲ ਇਹਨੇ ਮੈਨੂੰ ਖੁਦ ਦੱਸੀ ਸੀ ਹਨਾ। ਇਹ ਲੱਤਾਂ ਤੁਹਾਡੀਆਂ ਤੋੜਨੀਆਂ ਨੇ? ਹਾਂ, ਇਹਨੇ ਪੂਰੀ ਪਲੈਨਿੰਗ ਕੀਤੀ ਹੈ ਨਾ, ਚਾਕੂ ਕੀ ਮਤਲਬ ਜੋ ਜੋ ਸਮਾਨ ਸੀ ਸਾਰਾ ਲੈ ਕੇ ਆਇਆ। ਕਾਤੋਂ ਰੀਜਨ ਕੀ ਸੀਗਾ? ਇਹ ਚਾਹੁੰਦਾ ਸੀ ਜੀ ਮੈਂ ਵਿਆਹ? ਇਹਨੂੰ ਬਲੌਕ ਕੀਤਾ। ਨਹੀਂ ਅੱਛਾ, ਤੂੰ ਬਲੌਕ ਕਰ ਦਿੱਤਾ ਸੀ ਇਹਨੂੰ? ਹਾਂ, ਮੈਂ ਬਲੌਕ ਤਾਂ ਕੀਤਾ ਕਿਉਂਕਿ ਮੈਂ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੀ ਸੀ ਇਹੋ ਜਿਹੇ ਘਟੀਆ ਇਨਸਾਨ ਨਾਲ। ਅੱਛਾ ਹਰਸ਼ਦੀਪ, ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਤੁਹਾਡੇ ਬਲੌਕ ਕਰਨ ਦਾ ਕਾਰਨ ਸੀ ਕਿ ਤੁਹਾਨੂੰ ਅਸ਼ਲੀਲ ਗੱਲਾਂ WhatsApp ਦੇ ਉੱਪਰ ਇਹ ਭੇਜਣ ਲੱਗ ਪਿਆ? ਹਾਂਜੀ, ਇਹਨੇ ਪਹਿਲਾਂ ਮੇਰੇ ਮਦਰ ਦੇ ਨੰਬਰ ਤੇ ਮੈਨੂੰ ਕਾਲ ਕਰਕੇ ਮੈਨੂੰ ਕਹਿਣਾ, ਮੇਰੇ ਮਦਰ ਨੂੰ ਹੀ ਕਹਿਣਾ ਕਿ ਉਹਦੇ ਨਾਲ ਗੱਲ ਕਰਾ ਦੋ। ਤਾਂ ਮੇਰੇ ਘਰਦੇ ਨੇ ਕਦੇ ਇਦਾਂ ਦਾ ਕੁਝ ਸਮਝਿਆ ਨਹੀਂ, ਤਾਂ ਉਹਨਾਂ ਨੇ ਕਿਹਾ ਠੀਕ ਹੈ ਆਪਾਂ ਰਿਲੇਟਿਵਸ ਨਾਲ ਗੱਲ ਕਰਦੇ ਹੀ ਆ ਫੋਨ ਤੇ, ਕਿਹੜਾ ਨਹੀਂ ਕਰਦੇ। ਤੇ ਉਸ ਤੋਂ ਬਾਅਦ ਇਹਨੇ ਮਤਲਬ ਗੱਲ ਕੀਤੀ ਤੇ ਫਿਰ ਇਹਨੇ ਮੈਨੂੰ ਕਹਿਣਾ ਕਿ ਤੂੰ ਮੇਰੇ ਨਾਲ ਗੱਲ ਕਰ। ਮੈਂ ਕਿਹਾ ਵਾਈ ਸ਼ੁਡ ਆਈ ਟਾਕ ਵਿਦ ਯੂ। ਤੇ ਮੈਂ ਇਹਨੂੰ ਕਿਹਾ ਵੀ ਮੈਂ ਤੇਰੇ ਨਾਲ ਗੱਲ ਕਿਸ ਗੱਲ ਤੋਂ ਕਰਾਂ, ਕਿਉਂਕਿ ਜਦੋਂ ਠੀਕ ਹੈ ਆਪਾਂ ਰਿਲੇਟਿਵਸ ਆ। ਜਦੋਂ ਤੁਸੀਂ ਗੱਲ ਕਰਦੇ ਸੀ ਤੁਸੀਂ ਮਾਮਾ ਜੀ ਕਹਿੰਦੇ ਸੀ ਜਾਂ ਫਿਰ ਇਹਨਾਂ ਨੂੰ ਨਾਂ ਲੈਂਦੇ ਸੀ? ਨਹੀਂ, ਮੈਂ ਇਹਨੂੰ ਹਮੇਸ਼ਾ ਮਾਮਾ ਕਿਹਾ। ਇਹਨਾਂ ਨੇ ਤੁਹਾਨੂੰ ਕੀ ਕਹਿੰਦਾ ਸੀਗਾ? ਈਵਨ ਕਿ ਇਹਦਾ ਮੈਨੂੰ ਨਾਮ ਤੋਂ ਬੁਲਾਉਂਦਾ ਸੀ ਕਿਉਂਕਿ ਮੈਂ ਛੋਟੀ ਸੀ ਇਹ ਤੋਂ। ਈਵਨ ਕਿ ਮੇਰੇ ਫੋਨ ਦੇ ਵਿੱਚ ਇਹਦੇ ਨਾਮ ਨਾਲ ਚੀਕੂ ਦੇ ਨਾਲ ਬ੍ਰਦਰ ਲਿਖਿਆ ਹੋਇਆ ਸੀਗਾ। ਤੁਹਾਨੂੰ ਹਰਸ਼ਦੀਪ ਕੀ ਕਹਿੰਦਾ ਹੁੰਦਾ ਸੀ? ਹਰਸ਼ ਤੁਹਾਡਾ ਛੋਟਾ ਨਾਮ ਵੀ ਹੈ ਬੇਟਾ ਕੋਈ? ਹਾਂਜੀ, ਮਤਲਬ ਲਾਈਕ ਮੈਨੂੰ ਘਰ 'ਚ ਗੁੜੀਆ ਕਹਿੰਦੇ ਨੇ। ਗੁੜੀਆ, ਠੀਕ ਹੈ। ਹਾਂਜੀ, ਗੁੜੀਆ ਪ੍ਰੈਸ਼ਰ ਨੇ ਪਾਤਾ। ਫਿਰ ਇਹਦੇ ਕੋਲ ਪਿਸਤੌਲ ਫੜਿਆ ਹੋਇਆ ਹੱਥ ਦੇ ਵਿੱਚ ਸੀਗਾ ਜਿਹਦੇ ਨਾਲ ਰੱਖ ਕੇ ਤੁਹਾਡਾ ਵਿਆਹ, ਫਿਰ ਇਹਨੇ ਮਾਂ ਪਿਓ ਤੋਂ ਚੋਰੀ ਕੀਤਾ? ਹਾਂਜੀ, ਨੇ ਮੇਰੇ ਘਰ ਦੇ ਨਹੀਂ ਸੀ ਨਾ, ਇਹਦੇ ਘਰ ਦੇ ਨੂੰ ਪਤਾ ਸੀ ਨਾ ਮੇਰੇ ਘਰ ਦੇ ਨੂੰ ਪਤਾ ਸੀ। ਆਪਣੇ ਪਤਾ ਨਹੀਂ ਕੌਣ ਲਾਈਕ ਫਰੈਂਡਸ ਵਗੈਰਾ ਉਹਨਾਂ ਦੀ ਵਾਈਫ ਲੈ ਕੇ ਆਏ ਸੀ, ਪਤਾ ਨਹੀਂ ਉਹ ਵੀ ਸੱਚੇ ਸੀ ਜਾਂ ਜਾਲੀ ਸੀ, ਮੈਨੂੰ ਕਿਸੇ ਦਾ ਉਹ ਮਾਂ-ਬਾਪ ਬਣਾਤੇ ਪੱਲਾ ਫੜਾਇਆ ਥੋੜੀ ਰਸਮ ਕੀਤੀ। ਕਿੱਥੇ ਵਿਆਹ ਕੀਤਾ ਤੁਹਾਡਾ? ਤੁਸੀਂ ਕਿੱਥੇ ਵਿਆਹ ਕਰਿਆ? ਪਟਿਆਲੇ ਕਿਹੜੇ ਗੁਰਦੁਆਰਾ ਸਾਹਿਬ ਚ ਕਰਾਇਆ? ਨਹੀਂ, ਪਟਿਆਲੇ ਨਹੀਂ, ਜ਼ੀਰਕਪੁਰ। ਗੁਰਦੁਆਰਾ ਸਾਹਿਬ ਪਤਾ ਤੁਹਾਨੂੰ ਕਿਹੜੀ ਰੋਡ ਤੇ ਆ ਉੱਥੇ? ਨਹੀਂ, ਮੈਨੂੰ ਇਦਾਂ ਦਾ ਨਾਮ ਤਾਂ ਨਹੀਂ ਪਤਾ। ਕਿੰਨੇ ਜਾਣੇ ਸੀ ਵਿਆਹ ਤੇ? ਵਿਆਹ ਤੇ ਇਸਦੇ ਫਰੈਂਡਸ ਵਗੈਰਾ ਸੀਗੇ। ਤੁਹਾਡੇ ਵੱਲੋਂ ਕੋਈ ਨਹੀਂ ਸੀਗਾ? ਮੇਰੇ ਵੱਲੋਂ ਕੋਈ ਨਹੀਂ ਸੀਗਾ। ਤੁਹਾਡੇ ਘਰ ਤੁਹਾਡੇ ਹਰਸ਼ਦੀਪ ਤੁਹਾਡੇ ਘਰ ਵਿੱਚ ਕੋਈ ਭੈਣ ਨਹੀਂ ਪਈ? ਤੂੰ ਵਿਆਹ ਕਰਾ ਲਿਆ ਮਾਮੇ ਨਾਲ? ਨਹੀਂ, ਇਦਾਂ ਦਾ ਕੁਝ ਨਹੀਂ ਸੀਗਾ। ਓ ਮਾਈ ਗॉड। ਮੈਂ ਇੱਥੇ ਆ ਗਈ ਉਸ ਤੋਂ ਬਾਅਦ ਖੁਦ ਹੀ ਮੈਂ 3 ਮਹੀਨੇ ਬਾਅਦ ਆ ਕੇ ਇੱਥੇ ਦੱਸਿਆ ਸੀਗਾ। ਤੂੰ ਇੰਡੀਆ ਚ ਨਹੀਂ ਮਤਲਬ ਜਦ ਵਿਆਹ ਕਰਾ ਕੇ ਤੂੰ ਇਹਦੇ ਘਰ ਮਾਮੇ ਦੇ ਗਈ ਵੀ ਆ? ਨਹੀਂ, ਬਾਹਰ ਰਹੀ ਹੈ? ਮੈਂ ਆਪਣੇ ਘਰੇ ਵਾਪਸ ਆ ਗਈ ਸੀ। ਨਹੀਂ, ਜਿੱਦਣ ਵਿਆਹ ਹੋਇਆ ਉਸ ਤੋਂ ਬਾਅਦ ਪਾਰਟੀ ਕੀਤੀ ਕਿਸੇ ਰੈਸਟੋਰੈਂਟ ਚ? ਨਹੀਂ। ਭੰਗੜੇ ਪਾਏ? ਨਹੀਂ। ਕੁਛ ਬੈਂਡ ਬਾਜਾ ਵੱਜਿਆ? ਨਹੀਂ। ਤਾਂ ਤੁਸੀਂ ਵਿਆਹ ਵਾਲਾ ਚੂੜਾ ਪਾਇਆ ਸੀ? ਹਾਂਜੀ, ਉਹ ਪਾਇਆ ਸੀਗਾ ਬਟ ਉਹ ਉਸੇ ਟਾਈਮ ਲਾਈਕ ਰਿਮੂਵ ਕਰਕੇ ਇਹਨੂੰ ਦੇਤਾ ਸੀਗਾ ਤੇ ਆਪਣੇ ਨਾਲ ਲੈ ਗਿਆ ਸੀ ਵਾਪਸ। ਤੇ ਇਹਨੇ ਪਿਸਤੌਲ ਰੱਖਿਆ ਕਿੰਨੇ ਦਿਨ ਵਿਆਹ ਤੋਂ ਪਹਿਲਾਂ ਤੁਹਾਡੇ ਕਿੱਥੇ ਰੱਖਿਆ ਸੀਗਾ? ਗਰਦਨ ਤੇ ਜਾਂ ਤੁਹਾਡੇ ਪੜਪੜੀ ਤੇ? ਇਹਨੇ ਲਾਈਕ ਮੇਰੇ ਹੈਡ ਤੇ ਕੋਲ ਰੱਖਿਆ। ਠੀਕ ਹੈ, ਜਦੋਂ ਇਹਨੇ ਇਹ ਚੀਜ਼ ਪਤਾ ਲੱਗੀ ਕਿ ਮੇਰਾ ਵੀਜ਼ਾ ਆਇਆ ਤੇ ਇਹ ਮਤਲਬ 2 ਮਾਰਚ ਦੀ ਗੱਲ ਹੈ, ਤਾਂ ਮੈਂ 4 ਮਾਰਚ ਨੂੰ ਇਹ ਡਿਸਾਈਡ ਕੀਤਾ ਸੀਗਾ। ਤੁਸੀਂ ਮਾਫ ਕਰਨਾ ਕਿ ਸਾਡੇ ਬੱਚਿਆਂ ਵਰਗੇ ਹੋ, ਇਹਨੇ ਕੋਈ ਐਸੀ ਤੁਹਾਨੂੰ ਨਸ਼ੀਲਾ ਪਦਾਰਥ ਦੇ ਕੇ ਅੰਡਰ ਪ੍ਰੈਸ਼ਰ ਥ੍ਰੈਟ ਕਰਕੇ ਸਰੀਰਕ ਸੰਬੰਧ ਬਣਾਉਣ ਲਈ ਤੁਹਾਨੂੰ ਕਿਸੇ ਜਗ੍ਹਾ ਤੇ ਲੈ ਕੇ ਕੁਝ ਘੰਟੇ ਤੁਸੀਂ ਰਹੇ ਇਕੱਠੇ ਰਹਿੰਦੇ ਰਹੇ ਹੋ ਔਰ ਤੁਹਾਡੇ ਨਾਲ ਰਿਲੇਸ਼ਨ ਬਣ ਗਏ ਸੀ ਇਹਦੇ? ਟੈਲ ਮੀ ਟਰੂ, ਡੋਂਟ ਲਾਈ। ਨਹੀਂ, ਇਦਾਂ ਦਾ ਤਾਂ ਕੁਝ ਨਹੀਂ ਹੈ ਨਾ, ਲਾਈਕ ਮਤਲਬ ਇਦਾਂ ਦਾ ਕੁਝ ਨਹੀਂ, ਨਸ਼ੀਲੀ ਵਗੈਰਾ ਤਾਂ ਇਦਾਂ ਦਾ ਕੁਝ ਨਹੀਂ। ਪਰ ਤੁਸੀਂ ਇਹਨਾਂ ਰਿਲੇਸ਼ਨ ਬਣਾਏ ਤੁਹਾਡੇ ਨਾਲ ਜਿਹੜੇ ਬॉयਫ੍ਰੈਂਡ ਗਰਲਫ੍ਰੈਂਡ ਹੁੰਦੇ ਆ? ਸਰ ਤੁਸੀਂ ਪਲੀਜ਼ ਮੇਰੀ ਲਾਈਕ ਫੋਟੋ ਰਿਮੂਵ ਕਰ ਦਿਓ, ਮੇਰੀ ਪ੍ਰਾਈਵੇਸੀ ਹੈ। ਔਰ ਵੀ ਕੈਨ ਰਿਮੂਵ? Yeah, and my name is Harshpreet Kaur. Okay, I will remove the pictures. Yeah. Just remove that, please. ਹਰਸ਼ਦੀਪ ਸਟੋਰੀ ਬੇਟਾ, ਅਸੀਂ ਤੁਹਾਡੇ ਦੁੱਖ ਚੁਗਣੇ ਆ, ਹਰ ਇੱਕ ਬੰਦੇ ਨੇ ਚੁਗਣੇ। ਤੁਹਾਡੇ ਝੋਲੀ ਭਰੀ ਪਈ ਦੁੱਖਾਂ ਦੀ ਪੰਡ ਜਿਹੜੀ ਅਸੀਂ ਖਾਲੀ ਕਰ ਦੇਣੀ ਅੱਜ। ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਫਿਰ ਰਿਲੇਸ਼ਨ ਬਣਿਆ ਸੀਗਾ? ਹਾਂਜੀ, ਤੁਹਾਡਾ ਰਿਲੇਸ਼ਨ ਹਸਬੈਂਡ ਵਾਈਫ ਵਾਲੇ ਜਿਹਦਾ ਬॉयਫ੍ਰੈਂਡ ਗਰਲਫ੍ਰੈਂਡ ਆਪਣਾ ਰਿਸ਼ਤਾ ਸੈਟਅਪ ਕਰ ਲੈਂਦੇ ਆ ਬੱਚੇ, ਤੁਸੀਂ ਕੀਤਾ ਆ? ਜ਼ਿੰਦਗੀ ਸ਼ੁਰੂਆਤ ਕੀਤੀ ਸੀ ਜਦ ਵਿਆਹ ਕਰਾ ਲਿਆ ਤੇ ਤੁਸੀਂ ਫਿਰ ਤੁਹਾਡਾ ਵਿਆਹ ਤੋਂ ਪਹਿਲਾਂ ਰਿਸ਼ਤਾ ਕੋਈ ਸੀਗਾ, ਰਿਲੇਸ਼ਨ ਸੀ ਤੁਹਾਡਾ ਇਹਨਾਂ ਮਾਮੇ ਨਾਲ? ਹਾਂਜੀ ਸੀਗਾ। Oh my God. Hold on, please. I need a glass of water. Mr. Sidhu, please give me a glass of water, please. Please stand by.